हाँ जी, गुड मॉर्निंग स्टूडेंट। ਅੱਜ ਆਪਾਂ ਚੈਪਟਰ ਨੰਬਰ 7th ਸਟਾਰਟ ਕਰਨ ਲੱਗੇ ਆ ਅਕਾਊਂਟਸ +2 ਦਾ ਅਕਾਊਂਟਸ ਦਾ 7th ਚੈਪਟਰ ਡੈਜੂਲੇਸ਼ਨ ਆਫ ਪਾਰਟਨਰਸ਼ਿਪ ਫਰਮ। ਡੈਜੂਲੇਸ਼ਨ ਮਤਲਬ ਹੁੰਦਾ ਐਂਡ ਆਫ ਫਰਮ, ਮਤਲਬ ਇਹਦੇ ਵਿੱਚ ਕੀ ਹੁੰਦਾ ਗਾ, ਫਰਮ ਦਾ ਐਂਡ ਹੋ ਜਾਂਦਾ। ਜਿੱਦਾਂ ਕਿ ਆਪਾਂ ਪਾਰਟਨਰਸ਼ਿਪ ਕਰ ਰਹੇ ਹਾਂ, ਤੁਹਾਨੂੰ ਪਤਾ ਹੀ ਆ ਪਾਰਟਨਰਸ਼ਿਪ 'ਚ ਸਭ ਤੋਂ ਪਹਿਲਾਂ ਆਪਾਂ ਕੀ ਕੀਤੀ ਸੀ, ਪਾਰਟਨਰ ਕੀ ਕਰਦੇ ਆ, ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰਦੇ ਆ। ਸੈਕਿੰਡ ਕੰਸੈਪਟ ਕੀਤਾ, ਨਵਾਂ ਚੈਪਟਰ ਕੀਤਾ ਸੀ ਆਪਾਂ ਐਡਮਿਸ਼ਨ ਆਫ ਪਾਰਟਨਰ। ਐਡਮਿਸ਼ਨ ਆਫ ਪਾਰਟਨਰ 'ਚ ਕੋਈ ਨਵਾਂ ਪਾਰਟਨਰ ਐਡਮਿਟ ਹੋ ਜਾਂਦਾ, ਐਡਮਿਸ਼ਨ ਹੋ ਜਾਂਦੀ ਆ। ਦੈਨ ਆਪਾਂ ਬਾਅਦ ਵਿੱਚ ਕੀਤਾ ਸੀ ਰਿਟਾਇਰਮੈਂਟ ਆਫ ਪਾਰਟਨਰਸ਼ਿਪ, ਕਿ ਇੱਕ ਪਾਰਟਨਰ ਪਾਰਟਨਰਸ਼ਿਪ ਨੂੰ ਛੱਡ ਕੇ ਚਲਾ ਜਾਂਦਾ, ਕੋਈ ਪਾਰਟਨਰ ਰਿਟਾਇਰ ਹੋ ਜਾਂਦਾ। ਫਿਰ ਆਪਾਂ ਕੀਤਾ ਸੀ ਡੈਥ ਆਫ ਪਾਰਟਨਰਸ਼ਿਪ। ਡੈਥ ਆਫ ਪਾਰਟਨਰਸ਼ਿਪ ਦੇ ਵਿੱਚ ਕੀ ਸੀ, ਕਿਸੇ ਪਾਰਟਨਰ ਦੀ ਡੈਥ ਹੋ ਜਾਂਦੀ ਆ। ਜਿੰਨੇ ਵੀ ਚੈਪਟਰ ਕੀਤੇ ਸੀ ਉਹਦੇ ਵਿੱਚ ਕੰਟੀਨਿਊ ਪਾਰਟਨਰਸ਼ਿਪ ਚੱਲਦੀ ਰਹਿੰਦੀ ਸੀ, ਚਾਹੇ ਕੋਈ ਨਵਾਂ ਪਾਰਟਨਰ ਆ ਜਾਂਦਾ ਸੀ, ਭਾਵੇਂ ਕੋਈ ਰਿਟਾਇਰ ਹੋ ਜਾਂਦਾ ਸੀ, ਭਾਵੇਂ ਕਿਸੇ ਪਾਰਟਨਰ ਦੀ ਡੈਥ ਹੋ ਜਾਂਦੀ ਸੀ, ਬਟ ਪਾਰਟਨਰਸ਼ਿਪ ਫਰਮ ਆਪਣੀ ਕੰਟੀਨਿਊ ਚੱਲਦੀ ਰਹਿੰਦੀ ਹੈ। ਬਟ ਡੈਜੂਲੇਸ਼ਨ ਆਫ ਪਾਰਟਨਰਸ਼ਿਪ ਫਰਮ ਮਤਲਬ ਹੁੰਦਾ ਫਰਮ ਦਾ ਐਂਡ ਕਰ ਦੇਣਾ। ਇੱਥੇ ਪਾਰਟਨਰ ਮਿਲ ਕੇ ਡਿਸਾਈਡ ਕਰ ਲੈਂਦੇ ਆ ਕਿ ਅਸੀਂ ਫਰਮ ਨੂੰ ਬੰਦ ਕਰਨਾ ਚਾਹੁੰਦੇ ਹਾਂ। ਮਤਲਬ ਇਹਦੇ ਵਿੱਚ ਇੱਥੇ ਕੀ ਆ, ਸਾਰੇ ਪਾਰਟਨਰ ਆਪਣੀਆਂ ਆਪਣੀਆਂ ਐਸੈਟਸ ਲਾਇਬਿਲਿਟੀ ਵਗੈਰਾ ਪੇਮੈਂਟ ਕਰਕੇ, ਐਸੈਟ ਟੇਕ ਓਵਰ ਕਰਕੇ, ਸਾਰੀ ਐਸੈਟਸ ਦੀ ਪੇਮੈਂਟ ਕਰਕੇ, ਐਂਡ 'ਚ ਫਰਮ ਦਾ ਪ੍ਰੋਫਿਟ ਲਾਸ ਕੱਢ ਕੇ ਆਪਣਾ ਆਪਸ ਵਿੱਚ ਡਿਸਟਰੀਬਿਊਟ ਕਰ ਲੈਂਦੇ ਆ, ਫਰਮ ਨੂੰ ਬੰਦ ਕਰ ਦਿੰਦੇ ਆ। ਇੱਥੇ ਤਾਂ ਨਾ ਹੀ ਕਿਸੇ ਪਾਰਟਨਰ ਦੀ ਐਡਮਿਸ਼ਨ ਹੋਣੀ ਆ, ਨਾ ਹੀ ਰਿਟਾਇਰਮੈਂਟ ਹੋਣੀ ਆ, ਨਾ ਹੀ ਕਿਸੇ ਪਾਰਟਨਰ ਦੀ ਡੈਥ ਹੋਣੀ ਆ। ਪਾਰਟਨਰ ਇਹ ਡਿਸਾਈਡ ਕਰ ਲੈਂਦੇ ਕਿ ਅਸੀਂ ਫਰਮ ਨੂੰ ਐਂਡ ਕਰਨਾ, ਉਹਨੂੰ ਬੰਦ ਕਰਨਾ। ਡੈਜੂਲੇਸ਼ਨ ਮੀਨਸ ਐਂਡ ਆਫ ਫਰਮ, ਫਰਮ ਦਾ ਐਂਡ ਕਰਨਾ। ਦੇਖੋ ਇਹਦੇ ਵਿੱਚ ਕਿਹੜੇ ਕਿਹੜੇ ਅਕਾਊਂਟ ਬਣਦੇ ਆ, ਰੀਅਲਾਈਜੇਸ਼ਨ, ਕੈਪੀਟਲ, ਕੈਸ਼ ਐਂਡ ਬੈਂਕ ਅਕਾਊਂਟ। ਕੈਸ਼ ਵੀ ਕਹਿ ਸਕਦੇ ਇਹਨੂੰ, ਬੈਂਕ ਵੀ ਕਹਿ ਸਕਦੇ ਹਾਂ। ਕਲੀਅਰ। ਹੁਣ ਦੇਖੋ ਤੁਸੀਂ ਹੁਣ ਤੱਕ ਰੀਵੈਲਿਊਸ਼ਨ ਅਕਾਊਂਟ ਬਣਾਉਂਦੇ ਸੀ, ਰੀਵੈਲਿਊਸ਼ਨ ਅਕਾਊਂਟ 'ਚ ਕੋਈ ਵੀ ਐਸੈਟਸ ਇਨਕਰੀਜ਼ ਡਿਕਰੀਜ਼ ਪਾਉਂਦੇ ਸੀ। ਬਟ ਹੁਣ ਰੀਅਲਾਈਜੇਸ਼ਨ, ਇਹਨੂੰ ਕਹਿੰਦੇ ਆ ਵਸੂਲੀ ਖਾਤਾ, ਪੰਜਾਬੀ ਵਿੱਚ ਕਹਿੰਦੇ ਆ ਵਸੂਲ ਕਰਨਾ। ਮੀਨਸ ਜਿੰਨੀਆਂ ਐਸੈਟਸ ਆ ਉਹ ਲੈ ਕੇ ਆਉਣੀਆਂ ਅਤੇ ਲਾਇਬਿਲਿਟੀ ਲੈ ਕੇ ਆਉਣੀ ਆ, ਬਾਅਦ 'ਚ ਉਹਨਾਂ ਨੂੰ ਸੇਲ ਕਰ ਦੇਣਾ, ਉਹਨਾਂ ਦੀ ਪੇਮੈਂਟ ਕਰ ਦੇਣੀ, ਸਾਰਾ ਕੁਛ ਉਹ ਰੀਅਲਾਈਜੇਸ਼ਨ ਅਕਾਊਂਟ ਦੇ ਅੰਡਰ ਆਪਾਂ ਕਰਾਂਗੇ। ਤੁਹਾਡਾ ਮੇਨ ਟੌਪਿਕ ਹੀ ਰੀਅਲਾਈਜੇਸ਼ਨ ਆ। ਦੇਖੋ ਰੀਅਲਾਈਜੇਸ਼ਨ ਇੱਕ ਨੋਮੀਨਲ ਅਕਾਊਂਟ ਹੈ, ਇਹ ਤੁਹਾਨੂੰ ਪਤਾ ਹੀ ਹੈ। ਸਾਰੇ ਐਕਸਪੈਂਸਿਸ ਵਗੈਰਾ ਸਾਰੇ ਰਿਲੇਟਡ ਨਾ ਹੁੰਦਾ, ਬਿਕੋਜ਼ ਇਹ 'ਚ ਸਾਰੇ ਖਰਚੇ ਵਗੈਰਾ ਪਾਏ ਜਾਂਦੇ ਆ। ਹੁਣ ਆਪਾਂ ਕਹਿ ਸਕਦੇ ਹਾਂ ਕਿ ਰੀਅਲਾਈਜੇਸ਼ਨ ਇੱਕ ਤਰ੍ਹਾਂ ਦਾ ਕਮਰਾ ਹੈਗਾ, ਇੱਕ ਰੂਮ ਆ, ਜਿਹਦੇ ਵਿੱਚ ਪਾਰਟਨਰ ਐਸੈਟਸ ਵੀ ਲੈ ਕੇ ਆਉਂਦੇ ਆ, ਲਾਇਬਿਲਿਟੀਜ਼ ਵੀ ਲੈ ਕੇ ਆਉਂਦੇ ਆ। ਇੱਕ ਕੀ ਆ, ਰੀਅਲਾਈਜੇਸ਼ਨ ਇੱਕ ਇੱਦਾਂ ਦਾ ਕਮਰਾ, ਇੱਕ ਇੱਦਾਂ ਦਾ ਰੂਮ ਆ ਜਿਹ 'ਚ ਪਾਰਟਨਰ ਕੀ ਲਿਆਉਂਦੇ ਆ, ਐਸੈਟਸ ਲੈ ਕੇ ਆਉਂਦੇ ਆ ਅਤੇ ਲਾਇਬਿਲਿਟੀ ਲੈ ਕੇ ਆਉਂਦੇ ਆ। ਆਫਟਰ ਡੈਟ, ਜਦੋਂ ਪਹਿਲਾਂ ਇੱਕ ਵਾਰੀ ਐਸੈਟਸ ਅਤੇ ਲਾਇਬਿਲਿਟੀ ਲਿਆਏ ਪਾਰਟਨਰ, ਕਾਹਦੇ ਵਿੱਚ, ਰੀਅਲਾਈਜੇਸ਼ਨ ਅਕਾਊਂਟ ਦੇ ਵਿੱਚ, ਦੈਨ ਕੀ ਕਰਦੇ ਆ, ਫਿਰ ਆਫਟਰ ਡੈਟ ਐਸੈਟਸ ਦੀ ਪੇਮੈਂਟ ਕਰਦੇ ਆ। ਉਹ ਕਿੱਦਾਂ ਕਰਦੇ ਆ, ਮੀਨਸ ਉਹਨੂੰ ਇੱਕ ਤਰ੍ਹਾਂ ਦੀ ਐਸੈਟ ਦੀ ਪੇਮੈਂਟ ਰਿਸੀਵ ਹੁੰਦੀ ਆ। ਉਹ ਕਿੱਦਾਂ ਰਿਸੀਵ ਹੁੰਦੀ ਆ, ਜਦੋਂ ਕੋਈ ਪਾਰਟਨਰ ਐਸੈਟਸ ਨੂੰ ਸੇਲ ਕਰ ਦਿੰਦੇ ਆ। ਪਹਿਲਾਂ ਤਾਂ ਐਸੈਟਸ ਲਿਆਏ, ਲਾਇਬਿਲਿਟੀ ਵੀ ਲਿਆਏ, ਦੈਨ ਉਹ ਐਸੈਟਸ ਨੂੰ ਸੇਲ ਕਰਕੇ ਪੈਸਾ ਕਮਾਉਂਦੇ ਆ। ਮੀਨਸ ਐਸੈਟਸ ਨੂੰ ਰੀਅਲਾਈਜ਼ ਕਰ ਦਿੰਦੇ ਆ, ਸੋਲਡ ਕਰ ਦਿੰਦੇ ਆ, ਵੇਚ ਦਿੰਦੇ ਆ ਅਤੇ ਪੇਮੈਂਟ ਰਿਸੀਵ ਕਰ ਲੈਂਦੇ ਆ। ਕਲੀਅਰ। ਇੱਦਾਂ ਹੀ ਲਾਇਬਿਲਿਟੀ ਦੀ ਪੇਮੈਂਟ ਹੁੰਦੀ ਆ। ਲਾਇਬਿਲਿਟੀਜ਼ ਜਿਨ੍ਹਾਂ ਨੇ ਆਪਾਂ ਤੋਂ ਪੈਸਾ ਲੈਣਾ ਹੁੰਦਾ, ਆਪਾਂ ਉਹਨਾਂ ਦਾ ਪੈਸਾ ਦਿੰਦੇ ਆ, ਉਹਨੇ ਆਪਣਾ ਪੈਸਾ ਆਪਾਂ ਤੋਂ ਲੈਣਾ ਹੀ ਲੈਣਾ ਹੁੰਦਾ। ਅਤੇ ਜਿੰਨੇ ਦੀ ਵੀ ਆਪਾਂ ਪੈਸੇ ਆਪਾਂ ਦੇਣੇ ਹੁੰਦੇ ਆ, ਉਹਨਾਂ ਦੀ ਪੇਮੈਂਟ ਕਰ ਦਿੰਦੇ ਆ। ਹੁਣ ਕਹਿੰਦੇ ਜੇ ਨੋ ਸੇਲ ਆਫ ਐਸੈਟਸ, ਜੇ ਮਤਲਬ ਹੁਣ ਐਸੈਟਸ ਕੋਈ ਸੇਲ ਹੀ ਨਹੀਂ ਹੋਈ, ਫੋਰ ਐਗਜ਼ਾਮਪਲ ਹੁਣ ਆਪਾਂ ਮੰਨ ਕੇ ਚੱਲੀਏ ਜੇ ਕੋਈ ਐਸੈਟ ਸੇਲ ਨਹੀਂ ਹੋ ਰਹੀ, ਦੈਨ ਕਹਿੰਦੇ ਅਸੀਂ ਕੋਈ ਪੇਮੈਂਟ ਨਹੀਂ ਰਿਸੀਵ ਕਰਾਂਗੇ। ਠੀਕ ਆ। ਜੇ ਹੁਣ ਐਸੈਟਸ ਹੀ ਨਹੀਂ ਸੇਲ ਹੋ ਰਹੀ ਤਾਂ ਆਪਾਂ ਪੇਮੈਂਟ ਕਿੱਥੋਂ ਰਿਸੀਵ ਕਰ ਲਾਂਗੇ? ਪੇਮੈਂਟ ਕਦੋਂ ਰਿਸੀਵ ਹੋਊਗੀ? ਜਦੋਂ ਕੋਈ ਐਸੈਟ ਸੇਲ ਹੋਊਗੀ। ਕਲੀਅਰ। ਇਹ ਸਾਰਾ ਕੁਛ ਕਾਹਦੇ ਵਿੱਚ ਆਉਂਦਾ? ਰੀਅਲਾਈਜੇਸ਼ਨ ਅਕਾਊਂਟ ਦੇ ਵਿੱਚ। ਬਟ ਲਾਇਬਿਲਿਟੀ ਦੀ ਪੇਮੈਂਟ ਮੈਂਡੇਟਰੀ ਆ, ਕਿਉਂਕਿ ਜਿਹਨੇ ਪੈਸੇ ਲੈਣੇ ਹੁੰਦੇ ਆ ਉਹ ਪੈਸਾ ਲੈਂਦਾ ਹੀ ਲੈਂਦਾ ਹਰ ਹਾਲਤ ਵਿੱਚ। ਤਾਂ ਲਾਇਬਿਲਿਟੀ ਦੀ ਪੇਮੈਂਟ ਮੈਂਡੇਟਰੀ ਆ, ਬਟ ਐਸੈਟਸ ਸਿਰਫ ਆਪਾਂ ਜਿਹੜੀਆਂ ਸੇਲ ਕੀਤੀਆਂ ਉਹਨਾਂ ਤੋਂ ਹੀ ਪੈਸਾ ਰਿਸੀਵ ਕਰ ਸਕਦੇ ਹਾਂ। ਕੋਈ ਵੀ ਆਪਾਂ ਐਸੈਟ ਸੇਲ ਕਰਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ, ਪੇਮੈਂਟ ਰਿਸੀਵ ਕਰ ਲੈਂਦੇ ਹਾਂ। ਜੇ ਨਹੀਂ ਹੋਈ ਸੇਲ ਐਸੈਟ ਦੈਨ ਆਪਾਂ ਪੇਮੈਂਟ ਨਹੀਂ ਰਿਸੀਵ ਕਰਾਂਗੇ। ਬਟ ਲਾਇਬਿਲਿਟੀ ਹੈ ਜਿਹੜੀ, ਉਹਦੀ ਪੇਮੈਂਟ ਆਪਾਂ ਨੂੰ ਕਰਨੀ ਹੀ ਕਰਨੀ ਪੈਣੀ ਹੈ। ਕਲੀਅਰ। ਰੀਅਲਾਈਜੇਸ਼ਨ ਕੀ ਹੁੰਦਾ ਗਾ, ਜਿਹਦੇ ਵਿੱਚ ਸਾਰੀਆਂ ਆਲ ਐਸੈਟਸ ਅਤੇ ਲਾਇਬਿਲਿਟੀ ਕੀ ਹੁੰਦੀਆਂ ਗਾ, ਪਾਰਟਨਰਸ ਲੈ ਕੇ ਆਉਂਦੇ ਆ, ਉਹਨੂੰ ਬੋਲਿਆ ਜਾਂਦਾ ਰੀਅਲਾਈਜੇਸ਼ਨ ਅਕਾਊਂਟ। ਹੁਣ ਦੇਖੋ ਰੀਅਲਾਈਜੇਸ਼ਨ ਅਕਾਊਂਟ ਦਾ ਫਾਰਮੈਟ ਆ, ਤੁਹਾਡਾ ਰੀਅਲਾਈਜੇਸ਼ਨ ਅਕਾਊਂਟ ਆ। ਕਲੀਅਰ। ਇਹਦੇ ਵਿੱਚ ਪਰਟੀਕੂਲਰ ਅਮਾਊਂਟ ਪਹਿਲਾਂ ਤਾਂ 2 ਸਾਈਡ ਸਾਰੀਆਂ ਆਲ ਐਸੈਟਸ ਪਾ ਦੇਣੀਆਂ ਜਿਹੜੀਆਂ ਤੁਹਾਨੂੰ ਕੁਐਸਚਨ ਦੇ ਵਿੱਚ ਗਿਵਨ ਆ। ਠੀਕ ਹੈ, ਇਹ ਗਿਵਨ ਹੋਣਗੀਆਂ ਕੁਐਸਚਨ ਦੇ ਵਿੱਚ। ਆਲ ਐਸੈਟਸ 2 ਸਾਈਡ ਪਾ ਦੇਣੀਆਂ ਨੇ। ਐਕਸੈਪਟ ਕੈਸ਼, ਬੈਂਕ ਐਂਡ P&L। ਇਕੱਲਾ ਕੈਸ਼, ਬੈਂਕ ਅਤੇ ਪ੍ਰੋਫਿਟ ਐਂਡ ਲਾਸ ਨਹੀਂ ਪਾਉਣਾ। ਕੈਸ਼ ਕਿਉਂ ਨਹੀਂ ਪਾਉਣਾ? ਕੈਸ਼ ਅਤੇ ਬੈਂਕ ਬੈਲੈਂਸ ਆਪਣਾ ਕੈਸ਼ ਅਕਾਊਂਟ ਵਿੱਚ ਹੀ ਜਾਊਗਾ,
ਪ੍ਰੋਫਿਟ ਐਂਡ ਲਾਸ ਪਾਰਟਨਰ ਡਿਸਟਰੀਬਿਊਟ ਕਰਦੇ ਹੁੰਦੇ, ਕਿਉਂਕਿ ਤੁਸੀਂ ਪਹਿਲਾਂ ਕੀਤਾ ਹੋਇਆ ਰੀਵੈਲਿਊਸ਼ਨ ਅਕਾਊਂਟ, ਉਹਦੇ 'ਚ ਵੀ ਤੁਸੀਂ ਕਿਹਾ ਸੀ ਨਾ, ਤੁਹਾਨੂੰ ਦੱਸਿਆ ਸੀ ਜੇ ਲਾਇਬਿਲਿਟੀ ਸਾਈਡ ਕੋਈ ਪ੍ਰੋਫਿਟ ਐਂਡ ਲਾਸ ਆ ਤਾਂ ਬਾਏ ਸਾਈਡ ਪਾ ਦਿਓ ਪਾਰਟਨਰਸ ਕੈਪੀਟਲ ਅਕਾਊਂਟ ਦੇ, ਅਗਰ ਐਸਟ ਸਾਈਡ ਕੋਈ ਪ੍ਰੋਫਿਟ ਐਂਡ ਲਾਸ ਆ ਤਾਂ ਉਹਨੂੰ ਟੂ ਸਾਈਡ ਪਾ ਦਿਓ ਪਾਰਟਨਰਸ ਕੈਪੀਟਲ ਅਕਾਊਂਟ ਦੇ। ਇਸ ਕਰਕੇ ਕੈਸ਼ ਬੈਂਕ ਤੇ P&L ਨੂੰ ਲੀਵ ਕਰ ਦਿਓ, ਉਹਨੂੰ ਛੱਡ ਦਿਓ, ਉਹ ਤੋਂ ਬਿਨਾਂ ਕੈਸ਼ ਨਹੀਂ ਲੈਣਾ, ਬੈਂਕ ਨਹੀਂ ਲੈਣਾ, ਪ੍ਰੋਫਿਟ ਐਂਡ ਲਾਸ ਨਹੀਂ ਲੈਣਾ, ਸਾਰੀਆਂ ਐਸਟਸ ਟੂ ਸਾਈਡ ਪਾ ਦੇਣੀਆਂ। ਕਲੀਅਰ। ਇਸੇ ਤਰ੍ਹਾਂ ਬਾਏ ਸਾਈਡ ਸਾਰੀਆਂ ਆਊਟਸਾਈਡ ਲਾਇਬਿਲਿਟੀ, ਜਿੰਨੀਆਂ ਵੀ ਲਾਇਬਿਲਿਟੀਜ਼ ਤੁਹਾਨੂੰ ਕੁਐਸਚਨ ਦੇ ਵਿੱਚ ਗਿਵਨ ਆ, ਸਾਰੀਆਂ ਤੁਸੀਂ ਬਾਏ ਸਾਈਡ ਪਾ ਦੇਣੀਆਂ। ਕੈਪੀਟਲ, ਜਨਰਲ ਰਿਜ਼ਰਵ ਤੇ P&L ਤੋਂ ਬਿਨਾਂ। ਕੈਪੀਟਲ ਤੁਹਾਨੂੰ ਪਤਾ ਕੈਪੀਟਲ ਬੈਲੈਂਸ ਹੁੰਦੇ ਨੇ, ਕੈਪੀਟਲ ਅਕਾਊਂਟ 'ਚ ਪੈਣਗੇ। ਜਨਰਲ ਰਿਜ਼ਰਵ ਆਪਾਂ ਨੂੰ ਪਤਾ ਪਾਰਟਨਰ ਨੂੰ ਡਿਸਟਰੀਬਿਊਟ ਕਰੀਦਾ ਹੁੰਦਾ। ਪ੍ਰੋਫਿਟ ਐਂਡ ਲਾਸ ਕੀ ਹੈ, ਇਹ ਵੀ ਪਾਰਟਨਰ ਨੂੰ ਡਿਸਟਰੀਬਿਊਟ ਕਰੀਦਾ। ਕਲੀਅਰ। ਪਹਿਲਾਂ ਐਸਟਸ ਇੱਧਰ ਪਾ ਦੇਣੀਆਂ, ਲਾਇਬਿਲਿਟੀਜ਼ ਇੱਧਰ ਪਾ ਦੇਣੀਆਂ। ਦੈਨ ਹੁਣ ਤੁਸੀਂ ਰਿਵਰਸ ਕਰ ਦੇਣਾ। ਹੁਣ ਜਿਹੜੀਆਂ ਐਸਟਸ ਰਿਲਾਈਜ਼ ਹੋਈਆਂ, ਜਿਹੜੀਆਂ ਤੁਸੀਂ ਸੇਲ ਕਰ ਰਹੇ ਹੋ, ਵੇਚ ਰਹੇ ਹੋ, ਜਿੰਨੀਆਂ ਵੀ ਐਸਟਸ ਸੇਲ ਹੋਈਆਂ, ਰਿਲਾਈਜ਼ ਹੋਈਆਂ, ਰਿਲਾਈਜ਼ ਮਤਲਬ ਹੁੰਦਾ ਕਿ ਸੇਲ ਕਰਕੇ ਪੈਸੇ ਦੀ ਪੇਮੈਂਟ ਲੈਣੀ, ਤਾਂ ਉਹ ਬਾਏ ਕੈਸ਼ ਜਾਂ ਬੈਂਕ ਦੇ ਨਾਂ 'ਤੇ ਆਲ ਐਸਟਸ ਜਿੰਨੀਆਂ ਵੀ ਆਪਾਂ ਨੀਚੇ ਐਡੀਸ਼ਨਲ ਦੇ ਵਿੱਚ ਸੇਲ ਕਰਾਂਗੇ, ਜਿੰਨੀ ਵੀ ਆਪਾਂ ਸੇਲ ਕਰ ਰਹੇ ਹਾਂ ਜਾਂ ਰਿਲਾਈਜ਼ ਕਰ ਰਹੇ ਹਾਂ, ਸਾਰੀਆਂ ਐਸਟਸ ਇੱਧਰ ਆ ਜਾਣਗੀਆਂ। ਕਿਉਂਕਿ ਆਪਾਂ ਪੇਮੈਂਟ ਰਿਸੀਵ ਕਰਨੀ ਆ। ਠੀਕ ਹੈ। ਇੱਧਰ ਜਿਹੜੀ ਇੱਕ ਵਾਰ ਐਸਟਸ ਇੱਧਰ ਪੈ ਗਈ, ਉਹ ਦੁਬਾਰਾ ਇਸ ਸਾਈਡ ਨਹੀਂ ਪੈਣੀ। ਐਡੀਸ਼ਨਲ ਚੀਜ਼ ਦਿੱਤੀ ਹੋਈ ਹੈ ਤਾਂ ਉਹਨੂੰ ਰਿਵਰਸ ਸਾਈਡ ਪਾ ਲੈਣਾ, ਆਲਟ ਸਾਈਡ ਪਾ ਲੈਣਾ। ਕਲੀਅਰ। ਉਸੇ ਤਰ੍ਹਾਂ ਟੂ ਬੈਂਕ ਤੇ ਕੈਸ਼ ਦੇ ਵਿੱਚ ਪੇਮੈਂਟ ਆਫ ਲਾਇਬਿਲਿਟੀ, ਸਾਰੀਆਂ ਲਾਇਬਿਲਿਟੀ ਦੀ ਪੇਮੈਂਟ ਕਰ ਦੇਣੀ ਆ। ਜਿਹੜੀਆਂ ਤੁਸੀਂ ਇੱਧਰ ਇੱਕ ਵਾਰ ਲਾਇਬਿਲਿਟੀ ਪਾਈਆਂ ਹੋਣਗੀਆਂ, ਉਹ ਸਾਰੀਆਂ ਇੱਧਰ ਪਾ ਦੇਣੀਆਂ। ਕਲੀਅਰ। ਸਿਰਫ ਮਤਲਬ ਕਿਹੜੀਆਂ ਲਾਇਬਿਲਿਟੀ ਹੈ ਜਿਹੜੀਆਂ ਆਪਾਂ ਨੂੰ ਪੇਮੈਂਟ ਕਰਨੀ ਪੈਂਦੀ ਹੈ, ਕ੍ਰੈਡੀਟਰ ਹੋ ਗਿਆ, ਬਿੱਲ ਪੇਬਲ ਹੋ ਗਿਆ, ਇੰਪਲਾਇਮੈਂਟ ਪ੍ਰੋਵੀਡੈਂਟ ਫੰਡ ਹੋ ਗਿਆ, ਕਿਸੇ ਵੀ ਤਰ੍ਹਾਂ ਦਾ ਲੋਨ। ਅਗਰ ਤਾਂ ਲੋਨ ਕਿਸੇ ਪਾਰਟਨਰ ਨੇ ਪੇ ਕਰਤਾ ਦੈਨ ਠੀਕ ਆ, ਅਗਰ ਪਾਰਟਨਰ ਨਹੀਂ ਪੇ ਕਰਦਾ, ਟੂ ਬੈਂਕ ਦੇ ਨਾਮ 'ਤੇ ਆਉਣਾ, ਫਰਮ ਪੇ ਕਰਦੀ ਹੁੰਦੀ ਆ ਉਹ ਲੋਨ। ਠੀਕ ਹੈ। ਤਾਂ ਤੁਸੀਂ ਜਿੰਨੀਆਂ ਵੀ ਇੱਧਰ ਲਾਇਬਿਲਿਟੀ ਹੋਣਗੀਆਂ, ਜਿੱਦਾਂ ਕ੍ਰੈਡੀਟਰ, ਬਿੱਲ ਪੇਬਲ, ਇੰਪਲਾਇਮੈਂਟ ਪ੍ਰੋਵੀਡੈਂਟ ਫੰਡ ਤੇ ਲੋਨ, ਇਹ ਤੁਹਾਡੀਆਂ ਪੱਕੀਆਂ ਲਾਇਬਿਲਿਟੀਆਂ ਜਿਨ੍ਹਾਂ ਦੀ ਪੇਮੈਂਟ ਆਪਾਂ ਨੂੰ ਚਾਰਾਂ ਦੀ ਕਰਨੀ ਪੈਂਦੀ ਆ। ਕ੍ਰੈਡੀਟਰ ਜੇ ਤੁਸੀਂ ਇਸ ਸਾਈਡ ਪਾਇਆਗਾ ਤਾਂ ਇਹਨੂੰ ਇਸ ਸਾਈਡ ਵੀ ਪਾਉਣਾ, ਅਗਰ ਬਿੱਲ ਪੇਬਲ ਇਸ ਸਾਈਡ ਪਾਇਆ ਤਾਂ ਇਸ ਸਾਈਡ ਵੀ ਪਾਉਣਾ, ਇੰਪਲਾਇਮੈਂਟ ਪ੍ਰੋਵੀਡੈਂਟ ਫੰਡ ਇੱਧਰ ਵੀ ਪਾਇਆ ਤਾਂ ਇੱਧਰ ਵੀ ਪਾਉਣਾ, ਲੋਨ ਇੱਧਰ ਵੀ ਪਾਇਆ ਤਾਂ ਇੱਧਰ ਵੀ ਪਾਉਣਾ। ਕਿਉਂਕਿ ਫਰਮ ਹੁੰਦੀ ਹੈ ਜਿਹੜੀ ਬੈਂਕ ਦੇ ਨਾਮ 'ਤੇ ਪੈਂਦੇ ਆ, ਕਿਉਂਕਿ ਫਰਮ ਉਹਨਾਂ ਦੀ ਪੇਮੈਂਟ ਕਰਦੀ ਹੈ ਜਿਨ੍ਹਾਂ ਦੀ ਪੈਸੇ ਦੇਣੇ ਹੁੰਦੇ ਆ। ਫਰਮ ਆਪਣੇ ਵੱਲੋਂ ਸਾਰਾ ਟਰਾਂਸਫਰ ਕਰ ਦਿੰਦੀ ਹੈ ਪੈਸਾ। ਕਲੀਅਰ। ਹੁਣ ਜੇ ਕੋਈ ਪਰਸਨ ਚੀਜ਼ ਨੂੰ ਟੇਕ ਓਵਰ ਕਰਦਾ, ਜਿਵੇਂ ਮੰਨ ਕੇ ਚਲੋ ਐਕਸ ਨੇ ਲੈਂਡ ਟੇਕ ਓਵਰ ਕਰ ਲਈ, ਤਾਂ ਜੇ ਕੋਈ ਟੇਕ ਓਵਰ ਹੋਈ ਐਸਟਸ ਮੀ ਜੋ ਕੀ ਕਰ ਰਿਹਾ, ਟੇਕ ਓਵਰ ਕਰ ਰਿਹਾ, ਲੈ ਰਿਹਾ ਗਾ ਐਸਟਸ, ਤਾਂ ਉਸ ਪਰਸਨ ਦੇ ਨਾਮ 'ਤੇ ਪੈ ਜਾਣਾ ਬਾਏ ਐਕਸਿਸ ਕੈਪੀਟਲ ਬ੍ਰੈਕਟ ਵਿੱਚ ਲੈਂਡ ਲਿਖ ਦਿਓ, ਜਿਹੜਾ ਵੀ ਪਾਰਟਨਰ ਟੇਕ ਓਵਰ ਕਰਦਾ। ਕਲੀਅਰ। ਜੇ ਕੋਈ ਪਾਰਟਨਰ ਪੇਮੈਂਟ ਕਰ ਰਿਹਾ ਕਿਸੇ ਲਾਇਬਿਲਿਟੀ ਦੀ, ਫੋਰ ਐਗਜ਼ਾਮਪਲ ਲੋਨ ਆ, ਠੀਕ ਆ, ਇਸ ਸਾਈਡ ਆਪਾਂ ਪਾਇਆ ਐਕਸ ਲੋਨ, ਕੀ ਆ, ਐਕਸ ਨੇ ਉਹ ਲੋਨ ਦੀ ਪੇਮੈਂਟ ਕਰਤੀ, ਇੱਧਰ ਮਤਲਬ ਮਿਸਿਜ਼ ਐਕਸ ਲੋਨ ਆ ਕੋਈ, ਇੱਧਰ ਕੋਈ ਮਿਸਿਜ਼ ਐਕਸ ਲੋਨ ਆ, ਉਹਦੀ ਪੇਮੈਂਟ ਐਕਸ ਪਾਰਟਨਰ ਨੇ ਕਰਤੀ, ਤਾਂ ਟੂ ਐਕਸਿਸ ਕੈਪੀਟਲ ਲਿਖ ਕੇ ਆਪਾਂ ਲੋਨ ਇੱਧਰ ਪਾ ਦਾਂਗੇ। ਫਿਰ ਇੱਥੇ ਨਹੀਂ ਪੈਣਾ, ਇੱਥੇ ਪਾ ਤਾ। ਜੇ ਉਹਦੀ ਲੋਨ ਦੀ ਪੇਮੈਂਟ ਕਿਸੇ ਪਾਰਟਨਰ ਨੇ ਨਹੀਂ ਕੀਤੀ ਤਾਂ ਫਰਮ ਪੇ ਕਰੂਗੀ ਲੋਨ ਨੂੰ। ਠੀਕ ਆ। ਤਾਂ ਤੁਸੀਂ ਕੀ ਕਰਨਾ, ਟੇਕ ਓਵਰ ਇੱਧਰ, ਪੇਮੈਂਟ ਇੱਧਰ। ਹੁਣ ਤੁਸੀਂ ਕੀ ਕਰਨਾ, ਅਗਰ ਇੱਧਰ ਆਨਸਰ ਆਇਆ ਤਾਂ ਪ੍ਰੋਫਿਟ, ਇੱਧਰ ਆਇਆ ਤਾਂ ਲਾਸਿਸ। ਹੁਣ ਆਪਾਂ ਇੱਕ ਇਲਾਸਟ੍ਰੇਸ਼ਨ ਦੇ ਥਰੂ ਆਪਾਂ ਇਸ ਨੂੰ ਸੋਲਵ ਕਰਕੇ ਦੇਖਦੇ ਹਾਂ। ਠੀਕ ਹੈ। ਓਕੇ, ਆਪਾਂ ਹੁਣ ਦੇਖਦੇ ਹਾਂ ਕਿ ਇਲਾਸਟ੍ਰੇਸ਼ਨ। ਹਾਂਜੀ, ਇੱਕ ਆਪਾਂ ਇਲਾਸਟ੍ਰੇਸ਼ਨ ਕਰ ਰਹੇ ਹਾਂ ਜਿਹਦੇ ਨਾਲ ਤੁਹਾਨੂੰ ਮਤਲਬ ਰੀਅਲਾਈਜੇਸ਼ਨ ਅਕਾਊਂਟ ਦਾ ਪਤਾ ਲੱਗੂਗਾ। ਦੇਖੋ ਕੀ ਆ, ਸੂਰਜ ਚੰਦ ਆਰ ਪਾਰਟਨਰ 3:2 ਦੀ ਰੇਸ਼ੋ ਆ, ਲਾਇਬਿਲਿਟੀਜ਼ ਗਿਵਨ ਨੇ, ਐਸਟਸ ਗਿਵਨ ਨੇ। ਕਲੀਅਰ। ਦੇਖੋ ਦੋ ਪਾਰਟਨਰ ਆ, ਸੂਰਜ ਐਂਡ ਚੰਦ, 3:2 ਦੀ ਰੇਸ਼ੋ ਆ, ਐਸਟਸ ਤੇ ਲਾਇਬਿਲਿਟੀ। ਸਭ ਤੋਂ ਪਹਿਲਾਂ ਆਪਣੀ ਕੰਸੈਪਟ ਦੇ ਅਕੋਰਡਿੰਗ ਕੀ ਕਰਨਾ, ਆਪਾਂ ਸਾਰੀਆਂ ਐਸਟਸ ਟੂ ਸਾਈਡ ਪਾਉਣੀਆਂ, ਕੀ ਤੋਂ ਬਿਨਾਂ, ਬੈਂਕ ਬੈਲੈਂਸ ਤੇ ਪ੍ਰੋਫਿਟ ਐਂਡ ਲਾਸ ਤੋਂ ਬਿਨਾਂ। ਠੀਕ ਆ। ਹੁਣ ਤੁਹਾਡੀਆਂ ਐਸਟਸ ਆ ਪਈਆਂ ਨੇ ਸਾਰੀਆਂ, ਇਹਦੇ ਵਿੱਚ ਆਪਾਂ ਕੀ ਕਰਨਾ, ਕੈਸ਼ ਨੂੰ ਛੱਡ ਦਿਓ, ਇੱਕ ਪ੍ਰੋਫਿਟ ਤੇ ਲਾਸ ਜੇ ਹੈਗਾ ਤਾਂ ਉਹਨੂੰ ਛੱਡ ਦਿਓ, ਬਾਕੀ ਆਲ ਐਸਟਸ ਕਿੱਧਰ ਪਾ ਦੇਣੀ ਆਪਾਂ, ਟੂ ਸਾਈਡ। ਠੀਕ ਆ। ਹੁਣ ਆਪਾਂ ਰੀਅਲਾਈਜੇਸ਼ਨ ਅਕਾਊਂਟ ਖੋਲ੍ਹਦੇ ਹਾਂ। ਹਾਂਜੀ ਦੇਖੋ ਆਪਾਂ ਕੈਸ਼ ਤੇ ਪ੍ਰੋਫਿਟ ਐਂਡ ਲਾਸ ਨੂੰ ਛੱਡ ਕੇ ਬਾਕੀ ਸਾਰੀਆਂ ਐਸਟਸ ਟੂ ਸਾਈਡ ਪਾ ਦੇਣੀਆਂ। ਦੇਖੋ ਸਭ ਤੋਂ ਪਹਿਲਾਂ ਕੀ ਦਿੱਤਾ ਹੋਇਆ, ਡੈਟਰਸ 27,000 ਪਾਉਣਾ ਗਾ, ਜਿਹੜਾ ਰਿਜ਼ਰਵ ਹੁੰਦਾ ਜਾਂ ਕੋਈ ਵੀ ਪ੍ਰੋਵੀਜ਼ਨ ਹੁੰਦੀ ਹੈ ਇਹਨੂੰ ਬਾਏ ਸਾਈਡ ਪਾ ਦਿਆ ਕਰੋ ਨਾਲ ਦੀ ਨਾਲ, ਕਿਉਂਕਿ ਬਾਅਦ ਵਿੱਚ ਭੁੱਲ ਜਾਂਦੇ, ਇਹ ਆਪਣੀ ਲਾਇਬਿਲਿਟੀ ਹੁੰਦੀ ਆ। ਡੈਟਰ ਐਸਟਸ ਆ ਬਟ ਰਿਜ਼ਰਵ ਆ ਜਾਂ ਕੋਈ ਪ੍ਰੋਵੀਜ਼ਨ ਆ, ਉਹ ਤੁਸੀਂ ਲਾਇਬਿਲਿਟੀ ਸਾਈਡ ਪਾ ਦੇਣਾ। ਹੁਣ ਡੈਟਰ 27,000 ਪੈ ਗਈ, ਟੂ ਡੈਟਰ 27,000 ਨਾਲ ਦੀ ਨਾਲ ਪ੍ਰੋਵੀਜ਼ਨ ਪਾ ਦਿਓ 1,500 ਦੀ ਬਾਏ ਸਾਈਡ, ਕਿਉਂਕਿ ਇਹਦੇ ਰਿਜ਼ਰਵ ਕਿੰਨੇ ਦਾ ਦਿੱਤਾ ਸੀ, 1,500 ਦਾ। ਕਲੀਅਰ। ਉਸ ਤੋਂ ਬਾਅਦ ਸਟਾਕ ਆ, ਫਰਨੀਚਰ ਆ, ਮਸ਼ੀਨ ਆ, ਇਨਵੈਸਟਮੈਂਟ, ਇਹ ਸਾਰਾ ਕੁਛ ਟੂ ਸਾਈਡ ਪਾ ਦੇਣਾ। ਟੂ ਸਟਾਕ, ਟੂ ਫਰਨੀਚਰ, ਟੂ ਮਸ਼ੀਨ, ਟੂ ਇਨਵੈਸਟਮੈਂਟ। ਠੀਕ ਆ। ਇਹ ਸਾਰਾ ਆਪਾਂ ਟੂ ਸਾਈਡ ਪਾਤਾ। ਕੈਸ਼ ਤੇ ਪ੍ਰੋਫਿਟ ਐਂਡ ਲਾਸ ਨੂੰ ਛੱਡ ਕੇ ਸਾਰੀਆਂ ਐਸਟਸ ਆਪਾਂ ਟੂ ਸਾਈਡ ਪਾਤੀਆਂ। ਕਲੀਅਰ। ਹੁਣ ਇੱਦਾਂ ਹੀ ਤੁਸੀਂ ਲਾਇਬਿਲਿਟੀ,
ਲਾਇਬਿਲਟੀ ਸਾਈਡ ਆਪਾਂ ਕੀ ਕਿਹਾ ਸੀ, ਕੈਪੀਟਲ ਤੇ ਰਿਜ਼ਰਵ ਤੇ P&L ਨੂੰ ਛੱਡ ਦਿੱਤਾ। ਆ ਦੇਖੋ ਸਾਰੀਆਂ ਲਾਇਬਿਲਟੀ ਪਾਉਣੀਆਂ ਕੀ ਤੋਂ ਬਿਨਾ, ਕੈਪੀਟਲ, ਜਨਰਲ ਰਿਜ਼ਰਵ ਤੇ P&L ਤੋਂ ਬਿਨਾ ਸਾਰੀਆਂ ਲਾਇਬਿਲਟੀਜ਼ ਪਾ ਦੇਣੀਆਂ। ਹੁਣ ਦੇਖੋ ਜਨਰਲ ਰਿਜ਼ਰਵ, ਕੈਪੀਟਲ ਨੂੰ ਰਹਿਣ ਦੇਣਾ, ਬਾਕੀ ਸਾਰੀਆਂ ਲਾਇਬਿਲਟੀਜ਼ ਕ੍ਰੈਡੀਟਰ ਆ, ਮਿਸਿਜ਼ ਸੂਰਜ ਲੋਨ ਆ, ਚੰਦ ਲੋਨ ਆ, ਇਹ ਕਿੱਧਰ ਪਾ ਦੇਣਾ, ਬਾਈ ਸਾਈਡ ਪਾ ਦੇਣਾ। ਠੀਕ ਹੈ, ਕੀ ਪਾ ਦਾਂਗੇ ਆਪਾਂ, ਬਾਈ ਕ੍ਰੈਡੀਟਰ, ਕਿੰਨਾ ਕ੍ਰੈਡੀਟਰ ਆ 60,000 ਦਾ, ਕ੍ਰੈਡੀਟਰ ਆਪਾਂ 60,000 ਦਾ ਪਾਤਾ। ਦੈਨ ਕੀ ਆ, ਮਿਸਿਜ਼ ਸੂਰਜ ਲੋਨ, ਬਾਏ ਮਿਸਿਜ਼ ਸੂਰਜ ਲੋਨ ਕਿੰਨਾ ਗਾ 15,000। ਦੈਨ ਬਾਅਦ ਵਿੱਚ ਕੀ ਆ, ਚੰਦ ਲੋਨ, ਬਾਏ ਚੰਦ ਲੋਨ ਕਿੰਨਾ ਗਾ 22,500। ਠੀਕ ਹੈ, ਦੇਖੋ ਆਪਾਂ ਜਨਰਲ ਰਿਜ਼ਰਵ ਤੇ ਕੈਪੀਟਲ ਤੋਂ ਬਿਨਾਂ ਤਿੰਨ ਲਾਇਬਿਲਟੀਆਂ ਸੀ, ਤਿੰਨੇ ਦੀਆਂ ਤਿੰਨੇ ਆਪਾਂ ਬਾਈ ਸਾਈਡ ਪਾ ਦਿੱਤੀਆਂ। ਕਲੀਅਰ। ਸਭ ਤੋਂ ਪਹਿਲਾਂ ਆਪਣਾ ਕਨਸੈਪਟ ਇਹੀ ਆ, ਆਪਾਂ ਐਸਟਸ 'ਚ ਕੈਸ਼ ਤੇ ਪ੍ਰੋਫਿਟ ਐਂਡ ਲੋਸ ਨੂੰ ਛੱਡ ਕੇ ਟੂ ਸਾਈਡ ਪਾ ਦੇਣੀਆਂ, ਸਾਰੀਆਂ ਲਾਇਬਿਲਟੀ ਸਾਰੀਆਂ ਬਾਈ ਸਾਈਡ ਪਾ ਦੇਣੀਆਂ। ਕਲੀਅਰ ਇੱਥੇ ਤੱਕ। ਹੁਣ ਐਡੀਸ਼ਨਲ 'ਚ ਆ ਜਾਓ। ਐਡੀਸ਼ਨਲ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ, ਸੂਰਜ ਟੁੱਕ ਓਵਰ ਇਨਵੈਸਟਮੈਂਟ 12,000। ਸੂਰਜ ਨੇ ਕੀ ਕੀਤੀ ਹੈ, ਟੁੱਕ ਓਵਰ ਕੀਤੀ ਹੈ, ਇਨਵੈਸਟਮੈਂਟ ਕਿੰਨੇ ਦੀ 12,000 ਦੀ। ਤੁਹਾਨੂੰ ਦੱਸਿਆ ਸੀ ਕੋਈ ਵੀ ਬੰਦਾ ਕੋਈ ਚੀਜ਼ ਟੇਕ ਓਵਰ ਕਰ ਰਿਹਾ, ਟੁੱਕ ਓਵਰ ਕਰਦਾ ਤਾਂ ਉਹਨੂੰ ਬਾਏ ਸਾਈਡ ਪਾਉਣਾ। ਆਦੀ ਬਾਏ ਟੇਕ ਓਵਰ ਐਸਟਸ ਕਿੱਧਰ ਪਾਉਣੀਆਂ, ਬਾਏ ਸਾਈਡ ਰੀਅਲਾਈਜੇਸ਼ਨ ਅਕਾਊਂਟ ਦੀ, ਕਿਉਂਕਿ ਇੱਧਰ ਪੈਸਾ ਆਪਾਂ ਨੂੰ ਆ ਰਿਹਾ ਗਾ। ਠੀਕ ਹੈ, ਤਾਂ ਇੱਧਰ ਤੁਸੀਂ ਪਾ ਦੇਣਾ ਸੂਰਜ ਨੇ ਟੇਕ ਓਵਰ ਕੀਤੀ ਹੈ ਬਾਏ ਸੂਰਜ ਕੈਪੀਟਲ ਅਕਾਊਂਟ, ਬ੍ਰੈਕਟ 'ਚ ਲਿਖ ਦਿਓ ਕੀ ਟੇਕ ਓਵਰ ਕੀਤਾ ਉਹਨੇ, ਇਨਵੈਸਟਮੈਂਟ ਕਿੰਨੇ ਦੀ 12,000 ਦੀ, ਤਾਂ ਬ੍ਰੈਕਟ ਵਿੱਚ ਲਿਖ ਦਿਓ ਇਨਵੈਸਟਮੈਂਟ 12,000 ਦੀ। ਕਲੀਅਰ। ਹੁਣ ਨੈਕਸਟ ਪੜੋ, ਐਂਡ ਐਗਰੀ ਟੂ ਪੇ, ਪੇਮੈਂਟ ਹਮੇਸ਼ਾ ਕਿੱਧਰ ਪੈਣੀ ਹੈ, ਟੂ ਸਾਈਡ, ਲੋਨ ਆਫ ਵਾਈਫ, ਉਹਨੇ ਆਪਣੀ ਵਾਈਫ ਦਾ ਲੋਨ ਪੇ ਕਰਤਾ ਗਾ। ਦੇਖੋ ਕੋਈ ਵੀ ਪਰਸਨ ਅਗਰ ਤਾਂ ਟੇਕ ਓਵਰ ਕਰ ਰਿਹਾ ਚੀਜ਼, ਠੀਕ ਆ, ਤਾਂ ਉਹ ਬਾਈ ਸਾਈਡ ਪੈਣੀ ਆ। ਅਗਰ ਉਹ ਪੇਮੈਂਟ ਕਰ ਰਿਹਾ ਗਾ, ਕਲੀਅਰ, ਉਹ ਟੂ ਸਾਈਡ ਪੈਣੀ ਆ। ਅਗਰ ਤਾਂ ਉਹ ਟੇਕ ਓਵਰ ਕਰ ਰਿਹਾ ਕੋਈ ਵੀ ਚੀਜ਼ ਪਰਸਨ, ਤਾਂ ਬਾਈ ਸਾਈਡ ਉਹਦੇ ਨਾਮ 'ਤੇ ਪੈਣੀ ਆ। ਅਗਰ ਉਹ ਪਰਸਨ ਕੋਈ ਵੀ ਪੇਮੈਂਟ ਕਰ ਰਿਹਾ ਗਾ ਤਾਂ ਉਹ ਟੂ ਸਾਈਡ ਪੈਣੀ ਹੈ। ਪੇਮੈਂਟ ਆਪਾਂ ਪੈਸਾ ਪੇ ਕਰ ਰਹੇ ਹਾਂ, ਆਪਣੇ ਕੋਲੋਂ ਜਾ ਰਿਹਾ ਗਾ, ਇਟ ਮੀਨਸ ਫਰਮ ਤੋਂ, ਫਰਮ ਪੇ ਕਰਦੀ ਹੈ, ਫਰਮ ਦੇ ਖਰਚੇ ਟੂ ਸਾਈਡ ਪੈਣੇ ਨੇ, ਫਰਮ ਦੀ ਇਨਕਮ ਬਾਏ ਸਾਈਡ ਪੈਣੀ ਨੇ। ਕਲੀਅਰ। ਅਗਰ ਉਹ ਪਾਰਟਨਰ ਟੇਕ ਓਵਰ ਕਰਦਾ, ਇਟ ਮੀਨਸ ਉਹ ਪਾਰਟਨਰ ਦੇ ਅਕਾਊਂਟ 'ਚ ਚਲਿਆ ਗਿਆ। ਅਗਰ ਉਹ ਪਾਰਟਨਰ ਕੋਈ ਵੀ ਪੇਮੈਂਟ ਕਰ ਰਿਹਾ ਗਾ ਤਾਂ ਇਟ ਮੀਨਸ ਫਰਮ ਦੇ ਅਕਾਊਂਟ ਦੇ ਵਿੱਚੋਂ ਪੈਸਾ ਡਿਡਕਟ ਹੋ ਰਿਹਾ ਗਾ, ਤਾਂ ਪੇਮੈਂਟ ਟੂ ਸਾਈਡ ਪਾਉਣੀ ਹੈ, ਟੇਕ ਓਵਰ ਬਾਏ ਸਾਈਡ। ਹੁਣ ਦੇਖੋ ਸੂਰਜ ਨੇ ਟੇਕ ਓਵਰ ਕੀਤੀ ਸੀ ਇਨਵੈਸਟਮੈਂਟ 12,000 ਦੀ, ਤਾਂ ਆਪਾਂ ਬਾਏ ਐਸ ਕੈਪੀਟਲ ਲਿਖ ਕੇ ਬਾਏ ਸਾਈਡ ਪਾਤਾ। ਹੁਣ ਉਹ ਤੋਂ ਬਾਅਦ ਨਾਲ ਹੀ ਉਹ ਕਹਿੰਦੇ ਐਂਡ ਪੇ ਆਫ ਵਾਈਫ ਲੋਨ, ਤੇ ਵਾਈਫ ਦਾ ਲੋਨ ਪੇ ਕਰ ਰਿਹਾ, ਪੇਮੈਂਟ ਕਰ ਰਿਹਾ, ਤਾਂ ਟੂ ਸਾਈਡ ਪਾ ਦਾਂਗੇ, ਟੂ ਐਸ ਕੈਪੀਟਲ, ਬ੍ਰੈਕਟ 'ਚ ਲਿਖ ਦਿਓ ਲੋਨ ਵਾਈਫ ਦਾ ਲੋਨ। ਹੁਣ ਤੁਹਾਨੂੰ ਦੋ ਲੋਨ ਦਿੱਤੇ ਹੋਏ ਸੀ, ਦੇਖੋ ਆਪਣਾ ਅਮਾਊਂਟ ਨਹੀਂ ਦਿੱਤੀ ਤਾਂ ਆਪਾਂ ਉੱਪਰ ਦੇਖਣਾ। ਦੋ ਲੋਨ ਸੀਗੇ, ਇੱਕ ਤਾਂ ਮਿਸਿਜ਼ ਸੂਰਜ ਸੀ, ਇੱਕ ਚੰਦ। ਇਟ ਮੀਨਸ ਸੂਰਜ ਪੇ ਕਰਦਾ ਮਿਸਿਜ਼ ਸੂਰਜ, ਡੈਟ ਮੀਨਸ ਸੂਰਜ ਆਪਣੀ ਵਾਈਫ ਦਾ ਲੋਨ ਪੇ ਕਰ ਰਿਹਾ, ਆਹ ਵਾਲਾ ਲੋਨ ਪੇ ਕਰ ਰਿਹਾ 15,000 ਦਾ, ਤਾਂ ਅਮਾਊਂਟ ਆਪਾਂ 15,000 ਇਹ ਪਾ ਦੇਣੀ। ਕਲੀਅਰ। ਨੈਕਸਟ ਦੇਖੋ ਅੱਗੇ ਕਹਿੰਦੇ ਦਾ ਐਸਟਸ ਰਿਲਾਈਜ਼ ਹੋ ਗਏ, ਮਤਲਬ ਇਹਨਾਂ ਨੇ ਕੀ ਕਰਤੇ, ਸੋਲਡ ਕਰਤੇ ਐਸਟਸ ਤੇ ਸਾਰੀਆਂ। ਸਟਾਕ ਕਿੰਨੇ ਦਾ ਸੋਲਡ ਕੀਤਾ, ਇੰਨੇ ਦਾ, ਡੈਟਰ ਇੰਨੇ ਦਾ, ਫਰਨੀਚਰ 1500 ਮੋਰ ਦੈਨ ਆ ਵੈਲਿਊ ਨਾਲੋਂ, ਮਸ਼ੀਨਰੀ 30,000 ਲੈਸ ਦੈਨ ਆ। ਠੀਕ ਆ, ਇਹ ਸਾਰੀਆਂ ਐਸਟਸ ਕੀ ਹੋ ਗਈਆਂ, ਰਿਲਾਈਜ਼। ਹੁਣੀ ਤੁਹਾਨੂੰ ਦੱਸਿਆ, ਦੇਖੋ ਸਟਾਕ, ਡੈਟਰ, ਫਰਨੀਚਰ ਤੇ ਮਸ਼ੀਨਰੀ ਆਲਰੇਡੀ ਤੁਸੀਂ ਟੂ ਸਾਈਡ ਪਾਇਆ ਹੋਇਆ ਦੇ, ਟੂ ਸਟਾਕ, ਟੂ ਫਰਨੀਚਰ, ਟੂ ਮਸ਼ੀਨਰੀ। ਇਹਨੂੰ ਦੁਬਾਰਾ ਟੂ ਸਾਈਡ ਨਹੀਂ ਪਾਉਣਾ, ਤਾਂ ਇਹਨੂੰ ਕਿਹੜੀ ਸਾਈਡ ਪਾਉਣਾ, ਬਾਏ ਸਾਈਡ। ਕਾਹਦੇ ਨਾਮ 'ਤੇ ਪਾਉਣਾ, ਬੈਂਕ ਦੇ ਨਾਮ 'ਤੇ, ਬੈਂਕ ਜਾਂ ਕੈਸ਼ ਦੇ ਨਾਮ 'ਤੇ। ਕਲੀਅਰ। ਹੁਣ ਤੁਸੀਂ ਇਹਨੂੰ ਚਾਰਾਂ ਚੀਜ਼ਾਂ ਨੂੰ ਆਪਾਂ ਨੂੰ ਰਿਲਾਈਜ਼ ਹੋ ਗਈਆਂ, ਤਾਂ ਆਪਾਂ ਬਾਏ ਸਾਈਡ ਪਾ ਲੈਣਾ, ਬਾਏ ਕੈਸ਼ ਲਿਖ ਦਿਓ, ਚਾਹੇ ਬੈਂਕ ਲਿਖ ਦਿਓ। ਕਲੀਅਰ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਪਾ ਲੈਣੀਆਂ। ਸਭ ਤੋਂ ਪਹਿਲਾਂ ਕੀ ਸੀਗਾ, ਸਟਾਕ ਪਾ ਦੇਣਾ, ਕਿੰਨੇ ਦਾ 9750। ਫਿਰ ਕਿਸੇ ਡੈਟਰ ਪਾ ਦਾਂਗੇ ਆਪਾਂ, ਕਿੰਨਾ 24,000 ਦੇ। ਕਲੀਅਰ। ਫਿਰ ਉਹ ਤੋਂ ਵਿੱਚ ਫਰਨੀਚਰ 1500 ਮੋਰ ਦੈਨ ਵੈਲਿਊ, ਉੱਪਰ ਫਰਨੀਚਰ ਕਿੰਨੇ ਦਾ ਦਿੱਤਾ ਸੀ, 6,000 ਦਾ। 6,000 1500 ਪਲੱਸ ਕਰ ਦਿਓ, ਕਿੰਨਾ ਆ ਜਾਊਗਾ 75। ਫਰਨੀਚਰ ਪਾ ਦੇਣਾ 75 ਦਾ। ਠੀਕ ਆ। ਮਸ਼ੀਨਰੀ 30,000 ਲੈਸ ਦੈਨ ਆ, ਤਾਂ ਮਸ਼ੀਨਰੀ ਆਪਣੀ ਉੱਪਰ ਕਿੰਨੀ ਸੀਗੀ 45,000। 45,000 ਦੇ ਵਿੱਚੋਂ 30,000 ਲੈਸ ਦੈਨ ਹੋ ਗਈ,
ਘਟ गई तो आप की कर देना, घटा देनी है। मशीनरी 45 चो 30 लैस किया 15,000। क्लीयर। देखो बाय साइड कैश तो बैंक के नाम से पा दिता, स्टॉक भी पाता, डैटर भी पाता, फर्नीचर भी पाता तो मशीन भी पाती। देखो स्टॉक, डैटर, फर्नीचर, मशीनरी पहले आप टू साइड पाए सी, हुण आप इनू बाय साइड पाता। क्लीयर है इत्थे तक? ठीक है, ये तुहाडा रियलाइजेशन अकाउंट चल रहा है। दैन अगे देखो फिर वो की कहते हैं एक्सपेंस ऑफ रियलाइजेशन। एक्सपेंस मतलब हुंदा खर्चा। इट मीनस एक्सपेंस वर्ड आ गया जिथे वो खर्चा हुंदा वो अपनी पेमेंट हुंदी है। हुण पेमेंट आपां तुहानूं मैं दस्सिआगा कि पेमेंट हर बार टू साइड पैनी है। पेमेंट टू साइड, कोई चीज़ टेक ओवर की है या रिसीव की है वो बाय साइड। हुण पेमेंट आ, पेमेंट देखो जे तो कोई परसन पे करदा, पार्टनर सूरज ते चंद दो पार्टनर आ, जे तो उन्होंने दोनों चो कोई पेमेंट करदा तो वो नाम से कर दो। जिवें सूरज ने पे किया सी वाइफ का लोन तो इस दे नाम से पाता। अगर वो नहीं पे करता तो फर्म पे करती होंगी तो उन्होंने बैंक या कैश के नाम से पा देना, बैंक या कैश। क्लीयर। दो डॉट लगा के इनू खोल लो, जिन्नियां भी चीज़ां बैंक वाली होंगी सारियां इकट्ठियां इत्थे पा देनियां। इत्थे लिख दो एक्सपेंस 1800, एक्सपेंस 1800 दी सी वो पाते। फिर क्रैडिटर भी पेड, पे करता, इट मीनस पेमेंट आ लैस दैन 3% डिस्काउंट। क्रैडिटर अपने किन्ने दे सी 60,000 दे, 60,000 ते 3% डिस्काउंट ला दो। 60,000 मल्टीप्लाई 3% लाया तो आ गया 1800। लैस कर दो डिस्काउंट, ये आ जाए तो 58,200। ये की आ गया क्रैडिटर्स। मतलब क्रैडिटर जो आप किए थे उदों लिया किन्ने दे सी 60,000 के, बट वो पेमेंट आप किन्ने दी की 58,200 की। ठीक है। डिस्काउंट जोड़ा होंगे वो लगा के वो लैस कर देता होंगे डिस्काउंट। क्लीयर। हुण देखो ऑल ऑफ कंप्लीट हो गया। हुण आपां नूं तुहानूं दस्सिआ सी जिहड़ियां आ लाइबिलिटियां हुंदियां ने, प्रोविजन नहीं हुंदी, आपां प्रोविजन की पेमेंट नहीं करनी। बाकी जिहड़ियां 3 लाइबिलिटियां इन्हां दी पेमेंट आपां देखनी है हो चुकी है ਜਾਂ नहीं हुई। अगर तो होगी तो डैट्स ओके, जे नहीं हुई आपां पेमेंट करनी है फर्म पे करो। जिवें देखो क्रैडिटर आ इत्थे 60,000 दा सी बट इत्थे आपां पे कर चुके हैं 58,200 दा। हुण देखो सूरज लोन, सूरज मिसिज सूरज लोन, सूरज दी मिसिज का लोन दिता सी 15,000 का। ये किने एस ने पे करता सीगा। पेमेंट होनी जरूरी है लाइबिलिटी, बट सारियां दी नहीं, सिर्फ लोन दी, तुहानूं मैं दस्सिआ देखो क्रैडिटर दी, बिल पेएबल दी, इंपलायमेंट प्रोविडेंट फंड दी ते लोन दी। इन्हां चारां चीज़ों की पेमेंट होनी जरूरी है। हुण क्रैडिटर की पेमेंट हो चुकी है। क्लीयर। फर्म ने पे करता, डिस्काउंट ते पे करता। तो उस तो बाद विच सूरज मिसिज सूरज लोन आ, उस सूरज ने पे करता अपनी वाइफ का लोन। चंद का लोन की पेमेंट हुण किसी ने नहीं की। क्लीयर। ना तो पार्टनर ने पे की, डैट मीनस कौन पे करू, फर्म पे करूगी। इत्थे लिख दो चंद लोन किन्ना गा 22,500। क्लीयर। हुण तुसीं की करना, प्रॉफिट ते लॉस कढ लेना। इदां तुसीं रियलाइजेशन अकाउंट बनाउणा। सारा कुछ पाउण तो बाद आ साइड का टोटल कर लेना तो इधरला कर लेना। जिहड़ी साइड जे तो टू साइड आउंदा प्रॉफिट, बाय साइड की आऊगा लॉस। हाँ जी ठीक है। इधरला टोटल आ रहा सीगा 202,500। दैन उहदे टोटल चो लैस किया तो लॉस आ रहा 35,250। ये लॉस नूं सूरज ते चंद च डिस्ट्रीब्यूट कर देना 3:2 की रेशो। सब तो स्टार्टिंग दिता सी 3/5 ते 2/5। ये तुहाडा लॉस इन्हां दोनों पार्टनर नूं डिस्ट्रीब्यूट हो जाऊगा। सम टाइम फर्म नूं लॉस हो जाता, सम टाइम फर्म नूं प्रॉफिट होंदा। हुण जे लॉस होया तो दोनों पार्टनर च डिस्ट्रीब्यूट कर देना, अगर प्रॉफिट हो रहा तो भी दोनों पार्टनर च डिस्ट्रीब्यूट करना गा। क्लीयर। हुण तुसीं बनाउणा कैपीटल अकाउंट। जिद्दां कि देखो तुहाडी बुक दे विच की आ, जिहड़ा वाला सूरज का लोन, चंद का लोन आ, चंद लोन देखो 22,500। इन्हां ने रियलाइजेशन अकाउंट च पाया नहीं, बाय साइड देखो कल्ला क्रैडिटर पाया, सूरज लोन पाया, पाया नहीं, तो टू साइड भी नहीं पाया। बट तुहाडा मतलब सम टाइम किसी सवालों में पा भी रहे, किसी विच नहीं भी पा रहे, पर आप एक ही कंसैप्ट लैके चलना ताकि तुहानूं कन्फ्यूजन ना हो। तुसीं होर इत्थे जिवें हुण तुहानूं पता क्रैडिटर उधर पा दोगे, चंद सूरज का लोन पा दोगे, तो चंद का क्यों नहीं पाया फिर तुसीं बाय साइड। तुहानूं मैं यही कंसैप्ट ताईं दस्सिआ, कल्ले रिजर्व ते कैपीटल ते प्रॉफिट एंड लॉस नूं छड्ड के सारा कुछ ही पाउणा। भावें सूरज का लोन आ, भावें चंद का, भावें ए का, भावें बी का, सारा कुछ पाउणा ते टू साइड वो पेमेंट भी करनी ही करनी है। क्लीयर। तो तुसीं हुण देखो कैपिटल अकाउंट आपां किद्दां बनाना। हाँ जी कैपिटल अकाउंट का परफॉर्मा जिद्दां अगे बनाने उही चीज़ आ। पर्टिकुलर सूरज चंद, पर्टिकुलर सूरज चंद। सब तो पहला कैपिटल दे विच कैपिटल पा देनी है बाय बैलेंस ब्रॉड ऑन। कैपिटल तुहानूं पता ही है दोनों पार्टनर्स की दित्ती हुई सीगी, आपां कैपिटल पा देनी है। ठीक है। देखो जिद्दां कि आपां नूं दित्ता होया सी कैपिटल किन्नी सी दोनों पार्टनर्स की, आ पई है 15,000 ते 12,000। ठीक है।
ਦੋਨੋਂ ਪਾਰਟਨਰਸ ਦੀ ਦੇਖੋ ਆਪਾਂ ਇਹਨਾਂ ਇੱਧਰੋਂ ਦੋ ਚੀਜ਼ਾਂ ਨੂੰ ਆਪਾਂ ਛੱਡਤਾ ਸੀ, ਇੱਕ ਕੈਪੀਟਲ ਨੂੰ, ਇੱਕ ਰਿਜ਼ਰਵ ਨੂੰ। ਇਟ ਮੀਨਸ ਕੈਪੀਟਲ ਤੇ ਰਿਜ਼ਰਵ ਦੋਨੋਂ ਹੀ ਕਿਹਦੇ 'ਚ ਪੈ ਜਾਣੇ ਆ, ਕੈਪੀਟਲ ਅਕਾਊਂਟ 'ਚ। ਹੁਣ ਤੁਸੀਂ ਇਹ ਦੇਖਣਾ ਕਿ ਆਪਾਂ ਇੱਥੇ ਕਿਹੜੀਆਂ ਚੀਜ਼ਾਂ ਨੂੰ ਛੱਡਤਾ ਸੀਗਾ। ਕੈਪੀਟਲ ਛੱਡੀ ਸੀ, ਉਹ ਕੈਪੀਟਲ ਅਕਾਊਂਟ 'ਚ ਪੈ ਗਈ, ਦੇਖੋ ਦੋਨੋਂ ਸਾਈਡ। ਹੁਣ ਆਪਾਂ ਜਨਰਲ ਰਿਜ਼ਰਵ ਛੱਡਤਾ ਸੀ 7500 ਦਾ, ਇਹ ਪੈ ਜਾਣਾ ਬਾਏ ਸਾਈਡ, ਬਾਏ ਜਨਰਲ ਰਿਜ਼ਰਵ। ਇਹ ਕਿੰਨਾ ਗਾ 7500 ਆ, ਇਹਨੂੰ 3 ਤੇ 2 ਦੀ ਰੇਸ਼ੋ 'ਚ ਡਿਸਟਰੀਬਿਊਟ ਕਰ ਦੇਣਾ। ਕਲੀਅਰ। 4500 ਆ ਜਾਊਗਾ, ਦੂਸਰੇ ਪਾਰਟਨਰ ਦਾ ਆ ਜਾਊਗਾ 3000। ਦੇਖੋ ਕੈਪੀਟਲ ਪਾਤੀ, ਜਨਰਲ ਰਿਜ਼ਰਵ ਪਾਤਾ। ਤੇ ਹੋਰ ਆਪਾਂ ਕਿਹੜੀ ਚੀਜ਼ ਨੂੰ ਛੱਡਤਾ ਸੀ, ਇੱਧਰੋਂ ਇਹ ਦੋ ਸੀਗੀਆਂ, ਇੱਧਰੋਂ ਕੈਸ਼ ਨੂੰ, ਇਹ ਕੈਸ਼ ਵਿੱਚ ਜਾਊਗਾ, ਇਹਨੂੰ ਨਹੀਂ ਇੱਥੇ ਪਾਉਣਾ। ਇੱਕ ਪ੍ਰੋਫਿਟ ਤੇ ਲਾਸ ਕਿੰਨੇ ਦਾ ਸੀ, 12000 ਦਾ, ਉਹ ਇੱਧਰ ਬਾਏ ਸਾਈਡ ਦਿੱਤਾ, ਤਾਂ ਕੈਪੀਟਲ ਦੀ ਕਿਹੜੀ ਸਾਈਡ ਪਊਗਾ, 2 ਸਾਈਡ, 2 P&L ਕਿੰਨਾ ਗਾ 12000 ਨੂੰ 3 ਤੇ 2 ਦੀ ਰੇਸ਼ੋ 'ਚ ਡਿਸਟਰੀਬਿਊਟ ਕਰ ਦੇਣਾ, 7200। ਠੀਕ ਹੈ, ਦੂਜੇ ਦਾ ਆ ਜਾਊਗਾ 4800। ਕਲੀਅਰ। ਬਸ ਆਪਾਂ ਦੇਖ ਲਿਆ। ਹੁਣ ਇਹਦੇ 'ਚ ਹੋਰ ਕੁਛ ਨਹੀਂ ਪਾਉਣਾ ਬੁੱਕ 'ਚੋਂ। ਇੱਕ ਕੈਪੀਟਲ ਲੈਣੀ ਹੈ, ਜਨਰਲ ਰਿਜ਼ਰਵ ਲੈਣਾ, ਪ੍ਰੋਫਿਟ ਐਂਡ ਲਾਸ। ਜਿਹੜੀਆਂ ਚੀਜ਼ਾਂ 'ਤੇ ਆਪਾਂ ਕ੍ਰੋਸ ਕੀਤਾ ਸੀ ਉਹੀ ਚੀਜ਼ਾਂ ਨੂੰ ਦੇਖਣਾ ਸਿਰਫ। ਕੈਸ਼ ਨੂੰ ਵੀ ਕ੍ਰੋਸ ਕੀਤਾ ਸੀ ਬਟ ਇਹ ਕੈਸ਼ ਅਕਾਊਂਟ 'ਚ ਪਊਗਾ। ਕਲੀਅਰ। ਹੁਣ ਤੁਸੀਂ ਰੀਅਲਾਈਜੇਸ਼ਨ 'ਤੇ ਆ ਜਾਓ। ਰੀਅਲਾਈਜੇਸ਼ਨ 'ਤੇ ਦੇਖੋ ਲਾਸ ਹੋਇਆ ਕਿ ਪ੍ਰੋਫਿਟ। ਲਾਸ ਹੋਇਆ, ਦੋਨਾਂ ਪਾਰਟਨਰ 'ਚ ਡਿਸਟਰੀਬਿਊਟ ਕੀਤਾ, ਲਾਸ ਬਾਏ ਪਾਇਆ ਤਾਂ ਕੈਪੀਟਲ ਦੀ 2 ਸਾਈਡ ਪੈ ਜੂ। ਜੇ 2 ਪ੍ਰੋਫਿਟ ਆਇਆ ਹੁੰਦਾ ਤਾਂ ਕੈਪੀਟਲ ਦੀ ਬਾਏ ਸਾਈਡ ਪੈਣਾ ਸੀ। ਬਾਏ ਲਾਸ ਲਿਖਿਆ ਤਾਂ ਇੱਥੇ ਕੀ ਲਿਖ ਦਾਂਗੇ, 2 ਲਾਸ। ਦੋਨਾਂ ਪਾਰਟਨਰਸ ਦਾ ਪਾ ਦੇਣਾ ਜਿੰਨਾ ਜਿੰਨਾ ਆਇਆਗਾ। ਕਲੀਅਰ। ਠੀਕ ਹੈ। ਲਾਸ ਪਾਉਣ ਤੋਂ ਬਾਅਦ ਫਿਰ ਆਪਾਂ ਕੀ ਪਾਣਾ, ਹੁਣ ਦੇਖੋ ਹੁਣ ਤੁਸੀਂ ਰੀਅਲਾਈਜੇਸ਼ਨ 'ਤੇ ਧਿਆਨ ਦੇਣਾਗਾ। ਰੀਅਲਾਈਜੇਸ਼ਨ 'ਚ ਦੇਖੋ ਕੈਪੀਟਲ ਦੇ ਨਾਮ 'ਤੇ ਤੁਸੀਂ ਕੋਈ ਚੀਜ਼ ਪਾਈ ਸੀ, ਜਿੱਦਾਂ ਆਹ ਤਾਂ ਸਾਰੀਆਂ ਚੀਜ਼ਾਂ ਲਾਇਬਿਲਿਟੀਜ਼ ਨੇ, ਠੀਕ ਆ। ਇੱਧਰ ਸਾਰੀਆਂ ਐਸਟਸ ਨੇ, ਆਹ ਸਾਰੀਆਂ ਤੁਸੀਂ ਬੈਂਕ ਦੇ ਨਾਂ 'ਤੇ ਪਾਈਆਂ। ਆਹ ਲਿਖਿਆ ਹੋਇਆ ਐਸ ਕੈਪੀਟਲ, ਮੈਂ ਸਟਾਰ ਬਣਾਤਾ ਇਹਦੇ 'ਤੇ, ਬਾਏ ਐਸ ਕੈਪੀਟਲ, ਮਤਲਬ ਐਸ ਕੈਪੀਟਲ ਲਿਖਿਆ ਹੋਇਆ ਤਾਂ ਲੈਜਰ ਦੇ ਅਕੋਰਡਿੰਗ ਇੱਥੇ ਬਾਏ ਐਸ ਕੈਪੀਟਲ ਪਾਇਆ ਤਾਂ ਕੈਪੀਟਲ ਦੀ ਕਿਹੜੀ ਸਾਈਡ ਜਾਊ, ਬਾਏ ਵਾਲੀ ਚੀਜ਼ 2 ਸਾਈਡ। 2 ਕੀ ਲਿਖਾਂਗੇ, ਹੈਡਿੰਗ। ਹੈਡਿੰਗ ਕੀ ਹੈ, ਰੀਅਲਾਈਜੇਸ਼ਨ। ਤਾਂ ਇੱਥੇ ਤੁਸੀਂ ਲਿਖਦੇ ਹੋ 2 ਰੀਅਲਾਈਜੇਸ਼ਨ। ਠੀਕ ਹੈ। ਐਸ ਨੇ ਕੀ ਚੀਜ਼ ਟੇਕ ਓਵਰ ਕੀਤੀ ਸੀ, ਇਨਵੈਸਟਮੈਂਟ। ਠੀਕ ਹੈ। ਇੱਥੇ ਬਾਏ ਸਾਈਡ ਪਿਆ ਰੀਅਲਾਈਜੇਸ਼ਨ ਅਕਾਊਂਟ ਦੀ, ਕੈਪੀਟਲ ਦੇ ਵਿੱਚ ਕਿੱਧਰ ਪੈ ਜਾਊ, 2 ਸਾਈਡ, ਕਿਉਂਕਿ ਉਹਨਾਂ ਨੇ ਪੇਮੈਂਟ ਕਰਤੀ। ਕਲੀਅਰ। ਕਿੰਨਾ ਗਿਆ, ਕਿੰਨੇ ਦੀ ਐਸਟਸ ਆ, 12000 ਦੀ ਉਹਨਾਂ ਨੇ ਐਸਟਸ ਸੇਲ ਕਰਤੀ ਸੀ, ਉਹਨਾਂ ਨੂੰ 12000 ਦੀ ਪੇਮੈਂਟ ਹੋ ਗਈ ਸੀ। ਰੀਅਲਾਈਜੇਸ਼ਨ ਦੀ ਬਾਏ ਸਾਈਡ ਆ ਤੇ ਕੈਪੀਟਲ ਦੀ 2 ਸਾਈਡ ਰੀਅਲਾਈਜੇਸ਼ਨ ਲਿਖ ਦੇਣਾ। ਠੀਕ ਆ। ਬਾਏ ਐਸ ਕੈਪੀਟਲ ਇਨਵੈਸਟਮੈਂਟ ਲਿਖਿਆ ਹੋਇਆ ਤਾਂ ਬਾਏ ਐਸ ਕੈਪੀਟਲ ਅਕਾਊਂਟ 'ਤੇ ਜਾਣਾ ਆਪਾਂ, ਤਾਂ 2 ਰੀਅਲਾਈਜੇਸ਼ਨ ਲਿਖ ਕੇ ਅਮਾਊਂਟ ਸੂਰਜ ਵਿੱਚ ਪਾਣੀ ਹੈ ਕਿਉਂਕਿ ਸੂਰਜ ਦੀ ਆ। ਹੁਣ ਇੱਧਰ ਵੀ ਦੇਖ ਲਓ, ਇੱਧਰ ਵੀ ਪਾਈ ਹੋਈ ਆ ਇਹਦੇ 2 ਐਸ ਕੈਪੀਟਲ, ਸੂਰਜ ਕੈਪੀਟਲ। ਲੋਨ ਪੇਮੈਂਟ ਕੀਤੀ ਸੀ ਉਹਨੇ, ਇੱਧਰ 2 ਆ ਤਾਂ ਕੈਪੀਟਲ ਦੀ ਬਾਏ ਸਾਈਡ ਚਲੇ ਜਾਣਾ, ਬਾਏ ਰੀਅਲਾਈਜੇਸ਼ਨ। ਹੈਡਿੰਗ ਦਾ ਨਾਮ ਦੇਣਾ ਬਸ, ਆਹ ਜਿਹੜਾ ਮੇਨ ਹੈਡਿੰਗ ਹੁੰਦਾ ਆਪਣਾ। ਠੀਕ ਆ। ਜਿੰਨੀ ਦੀ ਪੇਮੈਂਟ ਕੀਤੀ ਹੈ ਉਹਨਾਂ ਨੇ, ਕਿੰਨੇ ਦੀ ਲੋਨ ਪੇਮੈਂਟ ਕੀਤੀ ਹੈ, 15000 ਦੀ, ਤਾਂ ਸੂਰਜ ਦੇ ਵਿੱਚ 15000 ਪਾ ਦੇਣਾ। ਕਲੀਅਰ। ਹੋਰ ਕੋਈ ਪੇਮੈਂਟ ਹੈ ਨਹੀਂ। ਦੇਖਣਾਗਾ ਤੁਸੀਂ ਪਾਰਟਨਰ ਐਸ ਤੇ ਸੂਰਜ ਤੇ ਚੰਦ ਦੀ ਕੋਈ ਨਾਮ 'ਤੇ ਤਾਂ ਨਹੀਂ ਪਾਈ, ਇਸ ਕਰਕੇ ਮੈਂ ਪਹਿਲਾਂ ਹੀ ਕਿਹਾ ਸੀ ਜਿਹੜੀ ਚੀਜ਼ ਉਹ ਟੇਕ ਓਵਰ ਕਰਦਾ ਉਹਦੇ ਨਾਮ 'ਤੇ ਪਾਓ, ਜਿਹੜੀ ਉਹ ਪੇਮੈਂਟ ਕਰ ਰਿਹਾ ਉਹਦੇ ਨਾਮ 'ਤੇ ਪਾਓ, ਤਾਂ ਕਿ ਆਪਾਂ ਨੂੰ ਕੈਪੀਟਲ ਅਕਾਊਂਟ ਵਿੱਚ ਕੋਈ ਕਨਫਿਊਜ਼ਨ ਕ੍ਰੀਏਟ ਨਾ ਹੋਵੇ। ਕਲੀਅਰ। ਹੁਣ ਤੁਸੀਂ ਕੀ ਕੱਢ ਦੇਣਾ, ਪ੍ਰੋਫਿਟ ਕੱਢਣਾਗਾ। ਦੇਖ ਲਿਓ ਕਿਹੜੀ ਸਾਈਡ ਆਉਂਦਾਗਾ, ਦੋਨੋਂ ਸਾਈਡ ਪਲੱਸ ਕਰਨਾ, ਪਹਿਲਾਂ ਸੂਰਜ ਦਾ ਕਰ ਲਿਓ ਫਿਰ ਚੰਦ ਦਾ ਕਰ ਲਿਓ, ਬੈਲੈਂਸ ਕੱਢ ਲਿਓ। ਠੀਕ ਆ। ਦੋਨਾਂ ਦੇ ਬੈਲੈਂਸ ਇੱਧਰ ਆ ਰਹੇ ਆ, ਇਹਦਾ ਆ ਰਿਹਾ ਗਾ, ਟੋਟਲ ਕਰ ਲਿਓ, ਇਹਦੇ ਟੋਟਲ 'ਚ ਇਹਨੂੰ ਲੈਸ ਕਰਕੇ ਤੁਸੀਂ ਇਹ ਕੈਸ਼ ਜਾਂ ਬੈਂਕ ਦੇ ਨਾਮ 'ਤੇ ਪਾਉਣਾ ਬੈਲੈਂਸ। ਅੱਗੇ ਆਪਾਂ ਬਾਏ ਬੈਲੈਂਸ ਕੈਰੀਡ ਔਨ ਪਾਉਂਦੇ ਹੁੰਦੇ ਸੀ ਕੈਪੀਟਲ ਅਕਾਊਂਟ 'ਚ। ਜਿੰਨੇ ਵੀ ਹੁਣ ਤੱਕ ਚੈਪਟਰ ਕੀਤੇ ਆਪਾਂ, ਰੀਵੈਲਿਊਸ਼ਨ ਵਗੈਰਾ, ਐਡਮਿਸ਼ਨ ਵਾਲੇ ਸਾਰੇ ਆਪਾਂ ਬਾਏ ਕੈਰੀਡ ਔਨ ਪਾਉਂਦੇ ਸੀ, ਬਟ ਹੁਣ ਕੈਰੀਡ ਔਨ ਨਹੀਂ ਪਾਉਣਾ, ਕੈਸ਼ ਦੇ ਨਾਮ 'ਤੇ ਪਾਉਣਾ, ਕਿਉਂਕਿ ਕੈਰੀਡ ਔਨ ਦਾ ਮਤਲਬ ਤਾਂ ਹੁੰਦਾ ਬੈਲੈਂਸ ਸ਼ੀਟ 'ਚ ਜਾਊਗੀ, ਕੈਰੀ ਫਾਰਵਰਡ ਕਰਨੀ ਅਮਾਊਂਟ। ਹੁਣ ਆਪਾਂ ਕੈਰੀ ਫਾਰਵਰਡ ਨਹੀਂ ਕਰ ਰਹੇ, ਹੁਣ ਆਪਾਂ ਕੀ ਕਰ ਰਹੇ ਹਾਂ, ਫਰਮ ਨੂੰ ਬੰਦ ਕਰ ਰਹੇ ਹਾਂ। ਬੈਲੈਂਸਿੰਗ ਫਿਗਰ ਆ ਦੋਨਾਂ ਦੀ, ਬਾਏ ਕੈਸ਼ ਤੇ ਜਾਂ ਬਾਏ ਬੈਂਕ ਇੰਨੀ ਆ ਗਈ। ਹੁਣ ਤੁਸੀਂ ਕੀ ਕਰਨਾ, ਬੈਂਕ ਜਾਂ ਕੈਸ਼ ਅਕਾਊਂਟ ਓਪਨ ਕਰ ਲੈਣਾ, ਬੈਂਕ ਤੇ ਕੈਸ਼। ਸੇਮ ਉੱਦਾਂ ਹੀ ਇੱਥੇ ਪਰਟੀਕੂਲਰ ਅਮਾਊਂਟ ਲਿਖ ਲੈਣਾ। ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਬੈਂਕ ਦਾ ਜਿਹੜਾ ਆਪਾਂ ਬੈਲੈਂਸ ਲੀਵ ਕੀਤਾ ਸੀ, ਆਪਾਂ ਕੈਸ਼ ਨੂੰ ਛੱਡਤਾ ਸੀ ਨਾ ਬੈਲੈਂਸ ਨੂੰ, ਇਹ ਪਾ ਦਿਓ। ਇਹ 16500 ਬਾਏ ਸਾਈਡ ਦਿੱਤਾ ਹੋਇਆ ਨਾ, ਐਸਟ ਸਾਈਡ ਤਾਂ ਇਹ ਕਿੱਧਰ ਪੈ ਜਾਊਗਾ, 2 ਸਾਈਡ ਕੈਸ਼ ਦੀ 2 ਸਾਈਡ, 2 ਬੈਲੈਂਸ ਬਰੋਡ ਔਨ। ਕਿੰਨਾ ਗਾ ਕੈਸ਼ ਬੈਲੈਂਸ, 16500, ਇਹ ਪਾ ਦਿਓ। ਫਿਰ ਕੈਪੀਟਲ ਅਕਾਊਂਟ 'ਚ ਦੇਖੋ, ਬਸ ਬੁੱਕ ਤੋਂ ਹੋਰ ਕੁਛ ਨਹੀਂ ਕਰਨਾ ਆਪਾਂ, ਬੁੱਕ ਦਾ ਕੰਮ ਇੰਨਾ ਕੀ ਆ, ਬੁੱਕ 'ਚ ਸਿਰਫ ਬੈਲੈਂਸ ਹੀ ਚੱਕਣਾ। ਹੁਣ ਤੁਸੀਂ ਜਿਹੜਾ ਕੈਪੀਟਲ ਅਕਾਊਂਟ ਬਣਾਇਆ ਪਾਰਟਨਰਸ ਦਾ, ਉਹ 'ਚ ਦੇਖੋ ਕੈਸ਼ ਕਿੱਧਰਲੀ ਸਾਈਡ ਆ ਰਿਹਾ, ਦੋਨਾਂ ਦਾ ਬਾਏ ਕੈਸ਼ ਆ ਰਿਹਾ ਹੈਗਾ। 2 ਕੈਸ਼ ਵੀ ਆ ਸਕਦਾ, ਬਾਏ ਕੈਸ਼ ਵੀ ਆ ਸਕਦਾ। ਬੈਲੈਂਸ ਜਿਹੜਾ ਤੁਸੀਂ ਆਨਸਰ ਕੱਢਿਆ, ਦੋਨੇ ਤੁਹਾਡੇ ਕੀ ਆ, ਆਨਸਰ ਨੇ।
ये बाय कैश लिखिया तो कैश अकाउंट की टू साइड पा लेना। देखो बाय कैश किधर आऊगा टू, की लिखांगे टू पार्टनर्स, टू सूरज कैपिटल पार्टनर का नाम, टू चंद कैपिटल। ਜਿਹੜੇ बैलेंस आ बाय पाए ਆ ਇਹਨੂੰ टू साइड पा लेना 58 50 ਤੇ 3900 ठीक है। बाय कैश टू कैश वाली साइड पा लेना। जे टू कैश आया होंदा तो उन्होंने बाय कैश बाय पार्टनर्स का नाम लिख के बाय एज कैपिटल बाय बीज कैपिटल बाय सूरज कैपिटल बाय चंद कैपिटल। हुण रियलाइजेशन अकाउंट च देखो कैश के नाम से आप किहड़ी चीज़ां पाइयां दे बाय कैश लिखिया हुआ एक बार हैडिंग देता सारियां कैश बाय कैश विच अमाउंट्स पाइयां हुई आप चारे दियां चारे वालियां ठीक है। स्टॉक डैटर फर्नीचर मशीनरी ये बाय कैश के नाम से पाइयां तो हुण बाय कैश आ तो कैश विच की लिखांगे टू, बाय आ तो लिखांगे कि हैडिंग का नाम टू रियलाइजेशन तो इत्थे की लिख देंगे टू रियलाइजेशन ठीक है। कल्ला कल्ला नाम लिख के पा दो की चीज़ आ डैटर स्टॉक इत्थे लिख दो स्टॉक फिर डैटर फिर की आ फर्नीचर मशीनरी क्लीयर। अमाउंट्स भी चक के पा दो 9750 दूजी किन्नी है 24 दैन नैक्सट किन्नी आ फर्नीचर 75 तो ये 15,000 क्लीयर। ये बाय कैश सीगा पहला देखो कैपिटल च देखना गा बाय कैश किधर आ बाय कैश आ तो टू साइड पा लेना, टू कैश आ तो बाय साइड पा लेना। फिर रियलाइजेशन की बाय साइड आ जी चीज़ां बाय कैश आ रियलाइजेशन वो टू रियलाइजेशन लिख देना कैश दे विच ਜਿਹੜੀਆਂ टू कैश के नाम से पाइयां ने आ चीज़ां ये किधर जा वड़नगियां बाय साइड की लिखना हुण तुसीं इत्थे बाय रियलाइजेशन ठीक है। क्रैडिटर ने एक्सपेंस ने चंद का लोन ठीक है। क्रैडिटर है 58,500 दे 200 दे ते एक्सपेंस 1,800 दे आ चंद का लोन 22,500 क्लीयर। इधर पा देना ठीक है। हुण तुसीं दोनों साइड का टोटल करके देखना तुहाडा दोनों साइड इक्वल आउ टोटल ठीक है। देखो 16,500 प्लस 58,50 प्लस 3900 प्लस 9750 प्लस 24,000 प्लस 7500 प्लस 15,000 ये आ गया टोटल तुहाडा 82,500 क्लीयर। ਇਹਦਾ टोटल आ गया 82,500। हुण तुसीं आ साइड का टोटल करना गा कि कितना 58,500 सॉरी 58,200 प्लस 1,800 प्लस 22,500 ये भी तुहाडा 82,500 तो कैश का टोटल तुहाडा जां बैंक का टोटल बराबर आऊगा। इस तरह तुसीं सम नूं सॉल्व करना रियलाइजेशन अकाउंट बनाना कैपिटल बनाना ते बैंक अकाउंट जां कैश अकाउंट ठीक है। थैंक यू सो मच।